ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ CDP ਦਾ ਪਾਰਟ 14 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ CDP ਦੇ 13 ਪਾਰਟ ਆਪਣੇ ਆਲਰੇਡੀ ਅਪਲੋਡ ਹੋ ਚੁੱਕੇ ਨੇ ਅਤੇ ਇੱਕ ਆਪਣੀ CDP ਦੀ ਮੈਰਾਥਨ ਵੀ ਅਪਲੋਡ ਹੋ ਚੁੱਕੀ ਹੈ। ਤਾਂ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ GK ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਹ ਸੈਸ਼ਨ ਸਿਰਫ ਬੁੱਕਸ ਦੇ ਲਈ ਮੈਂ ਬਣਾਇਆ ਹੈ, ਠੀਕ ਹੈ ਜੀ। ਵੈਸੇ ਤਾਂ ਮੈਂ ਮੈਰਾਥਨ ਦੇ ਵਿੱਚ ਇਹ ਕੁਐਸਚਨ ਹੈ ਜਿਹੜੇ ਉਹ ਤੁਹਾਨੂੰ ਕਰਵਾ ਦਿੱਤੇ ਨੇ, ਠੀਕ ਹੈ। ਪਹਿਲਾਂ ਤਾਂ ਮੇਰਾ ਤੁਹਾਨੂੰ ਇਹੀ ਸੁਜੈਸ਼ਨ ਹੈ ਕਿ ਮੈਰਾਥਨ ਕਲਾਸ ਆਪਣੀ CDP ਦੀ ਅਟੈਂਡ ਕਰੋ, ਠੀਕ ਹੈ। ਤੁਹਾਨੂੰ ਬਹੁਤ ਫਾਇਦਾ ਦੇਵੇਗੀ ਕਿਉਂਕਿ ਆਪਾਂ ਉਹਦੇ ਵਿੱਚ CDP ਦਾ ਸਾਰਾ ਨਿਚੋੜ ਜਿਹੜਾ ਉਹਦੇ ਵਿੱਚ ਆਪਾਂ ਰੱਖਿਆ ਹੋਇਆ ਹੈ। ਤਾਂ ਇਹ ਸੈਸ਼ਨ ਮੈਂ ਮੈਰਾਥਨ ਦੇ ਵਿੱਚੋਂ ਹੀ ਕੁਐਸਚਨ ਪਿਕ ਕਰਕੇ ਜਿਹੜੇ ਬੁੱਕਸ ਵਾਲੇ ਨੇ ਉਹ ਮੈਂ ਇਹਦੇ ਵਿੱਚ ਰੱਖੇ ਹੋਏ ਨੇ ਕਿ ਜੇਕਰ ਬੱਚੇ ਦਾ ਇਹ ਸੈਸ਼ਨ ਮਿਸ ਹੋ ਜਾਂਦਾ, ਜੇ ਉਹਨੇ ਮੈਰਾਥਨ ਸੈਸ਼ਨ ਨਹੀਂ ਲਗਾਇਆ, ਤਾਂ ਉਹ ਇਹ ਕਲਾਸ ਅਟੈਂਡ ਕਰਕੇ ਆਪਣੇ ਬੁੱਕਸ ਵਾਲਾ ਜਿਹੜਾ ਟੌਪਿਕ ਹੈ ਉਹ ਕਵਰ ਕਰ ਸਕਦਾ। ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਕਲੀਅਰ ਕਰ ਦਿਆਂ ਕਿ ਜਿਹੜੇ ਇਹ ਕੁਐਸਚਨ ਨੇ ਆਪਣੇ ਬੁੱਕਸ ਦੇ ਨਾਲ ਰਿਲੇਟਡ ਨੇ, ਜਿਹੜੀਆਂ ਸਾਈਕੋਲੋਜੀ ਦੀਆਂ ਬੁੱਕਸ ਨੇ, ਜਿਹੜੀਆਂ ਤੁਹਾਨੂੰ ਵਾਰ-ਵਾਰ ਪੇਪਰਾਂ ਦੇ ਵਿੱਚ ਪੁੱਛੀਆਂ ਜਾਂਦੀਆਂ ਕਿ ਇਹ ਬੁੱਕ ਕਿਹੜੇ ਰਾਈਟਰ ਦੀ ਲਿਖੀ ਹੈ, ਠੀਕ ਹੈ ਜੀ। ਤਾਂ ਉਹ ਸਾਰੀਆਂ ਬੁੱਕਸ ਆਪਾਂ ਇਹਦੇ ਵਿੱਚ ਕੰਪਲੀਟ ਕੀਤੀਆਂ ਨੇ। ਵੈਸੇ ਇਹ ਜਿਹੜੇ ਕੁਐਸਚਨ ਆਪਾਂ ਮੈਰਾਥਨ ਦੇ ਵਿੱਚ ਕਰ ਲਏ ਨੇ ਆਲਰੇਡੀ, ਤਾਂ ਉਹਦੇ ਵਿੱਚੋਂ ਹੀ ਇਹ ਆਪਾਂ ਕੁਐਸਚਨ ਹੈ ਜਿਹੜੇ ਉਹ ਪਿਕ ਕੀਤੇ ਨੇ, ਠੀਕ ਹੈ। ਤੁਸੀਂ ਪਹਿਲਾਂ ਮੈਂ ਤੁਹਾਨੂੰ ਇਹ ਕਲੀਅਰ ਕਰ ਦਿੰਦਾ, ਠੀਕ ਹੈ, ਕਿ ਬੱਚਿਆਂ ਦੇ ਮਾਈਂਡ 'ਚ ਡਾਊਟ ਜਾਂਦਾ ਕਿ ਸਰ ਇਹ ਕੁਐਸਚਨ ਤੁਸੀਂ ਕਰਵਾਏ ਹੋਏ ਨੇ, ਠੀਕ ਹੈ। ਤਾਂ ਹਾਂ, ਮੈਂ ਇਹ ਪਹਿਲਾਂ ਇਹ ਤੁਹਾਨੂੰ ਦੱਸ ਦੇਣਾ ਕਿ ਇਹ ਜਿਹੜੇ ਕੁਐਸਚਨ ਆਪਾਂ ਇਹ ਮੈਰਾਥਨ ਵਾਲੇ ਹੀ ਆਪਾਂ ਇਹਦੇ ਵਿੱਚ ਪਿਕ ਕਰਕੇ ਰੱਖੇ ਨੇ। ਤਾਂ ਸਟਾਰਟ ਕਰਦੇ ਹਾਂ ਆਪਣੀ ਕਲਾਸ ਅੱਜ ਦੇ ਪਹਿਲੇ ਕੁਐਸਚਨ ਤੋਂ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ, ਦੀ ਪਲੇਵੇ ਕਿਤਾਬ ਕਿਸਨੇ ਲਿਖੀ ਹੈ? ਦੀ ਪਲੇਵੇ ਬੁੱਕ ਇਜ਼ ਰਿਟਨ ਬਾਏ ਜੀਨ ਪਿਆਜ਼ੇ, ਹੈਨਰੀ ਕੈਡਲਵੈਲ ਕੁੱਕ ਜਾਂ ਵਾਈਗੋਸਕੀ ਜਾਂ ਫਰਾਇਡ। ਤਾਂ ਇਹ ਸਾਰੀਆਂ ਬੁੱਕਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ। ਇਹੀ ਬੁੱਕਸ ਵਾਰ-ਵਾਰ ਤੁਹਾਨੂੰ ਪੁੱਛੀਆਂ ਜਾਂਦੀਆਂ ਪੇਪਰਾਂ ਦੇ ਵਿੱਚ। ਇਹ ਸਾਰੀਆਂ ਬੁੱਕਸ ਸਾਈਕੋਲੋਜੀ ਦੇ ਨਾਲ ਰਿਲੇਟਡ ਬੁੱਕਸ ਨੇ, ਠੀਕ ਹੈ ਜੀ। ਤਾਂ ਇਹਨਾਂ ਨੂੰ ਪੂਰੇ ਧਿਆਨ ਨਾਲ ਕਰਿਓ। ਇਹਨਾਂ ਦੇ ਵਿੱਚੋਂ 3 ਤੋਂ 4 ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ ਹਰ ਵਾਰ ਪੇਪਰ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਜਿਹੜੀਆਂ CDP ਦੀਆਂ ਕਲਾਸਿਸ ਨੇ ਸਿਰਫ PSTET ਦੇ ਲਈ ਹੀ ਨਹੀਂ, ਸਗੋਂ ਆਉਣ ਵਾਲੇ ਸਾਰੇ ਪੇਪਰ ਜਿਨ੍ਹਾਂ ਦੇ ਵਿੱਚ CTET, KVS, HTET ਜਾਂ ਜਿਹੜੇ ਪੇਪਰਾਂ ਦੇ ਵਿੱਚ ਵੀ CDP ਪੁੱਛੀ ਜਾਂਦੀ ਹੈ ਉਹ ਸਾਰਿਆਂ ਦੇ ਲਈ ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਆਪਣੇ ਹੋਰ ਵੀ ਸੈਸ਼ਨ ਅਪਲੋਡ ਹੋਏ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਹਿਸਟਰੀ, ਜੋਗਰਾਫੀ, ਪੰਜਾਬ GK। ਤਾਂ ਜੇਕਰ ਤੁਸੀਂ ਪੰਜਾਬ ਲੈਵਲ ਦੇ ਜਾਂ ਇੰਡੀਆ ਲੈਵਲ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤਾਂ ਆਪਣੇ ਸਾਰੇ ਸੈਸ਼ਨ ਅਟੈਂਡ ਕਰਿਓ, ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਬਹੁਤ ਫਾਇਦਾ ਦੇਣਗੇ। ਤਾਂ ਦੀ ਪਲੇਵੇ ਕਿਤਾਬ ਹੈ ਇਹ ਕਿਹਨੇ ਲਿਖੀ ਹੈ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਹੋਗਾ, ਹੈਨਰੀ ਕੈਡਲਵੈਲ ਕੁੱਕ ਨੇ ਲਿਖੀ ਹੋਈ ਹੈ ਇਹ ਕਿਤਾਬ, ਠੀਕ ਹੈ ਜੀ। ਹੈਨਰੀ ਕੈਡਲਵੈਲ ਕੁੱਕ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਕੂਲ ਅਤੇ ਸਮਾਜ ਕਿਤਾਬ ਕਿਹਨੇ ਲਿਖੀ ਹੈ? ਦੀ ਬੁੱਕ ਸਕੂਲ ਐਂਡ ਸੋਸਾਇਟੀ ਇਜ਼ ਰਿਟਨ ਬਾਏ ਜੀਨ ਪਿਆਜ਼ੇ, ਜੌਨ ਡੇਵੀ, ਵਾਈਗੋਸਕੀ ਜਾਂ ਫਰਾਇਡ। ਇਸ ਤੋਂ ਪਹਿਲਾਂ ਆਪਣੇ CDP ਦੇ ਜਿੰਨੇ ਵੀ ਸੈਸ਼ਨ ਹੈ ਜਿਹੜੇ ਅਪਲੋਡ ਹੋਏ ਨੇ ਉਹ ਸਾਰੇ ਤੁਸੀਂ ਅਟੈਂਡ ਕਰਿਓ। ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ। ਅਤੇ ਇੱਕ ਆਪਣਾ ਜਿਹੜਾ CDP ਦਾ ਮੈਰਾਥਨ ਸੈਸ਼ਨ ਹੈ, ਠੀਕ ਹੈ, ਤਾਂ ਉਹਦਾ ਵੀ ਮੈਂ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲਿਓ, ਠੀਕ ਹੈ। ਤਾਂ ਉਹ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਉਹਦੇ ਵਿੱਚ ਆਪਾਂ ਸਾਰੀ CDP ਦਾ ਨਿਚੋੜ ਇੱਕ ਵੀਡੀਓ ਦੇ ਵਿੱਚ ਰੱਖਿਆ ਹੋਇਆ, ਠੀਕ ਹੈ ਜੀ। ਤਾਂ ਸਾਰੇ ਸੈਸ਼ਨ ਆਪਣੇ ਜ਼ਰੂਰ ਅਟੈਂਡ ਕਰਿਓ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਜੌਨ ਡੇਵੀ ਦੀ ਲਿਖੀ ਹੋਈ ਕਿਤਾਬ ਹੈ ਇਹ, ਸਕੂਲ ਅਤੇ ਸਮਾਜ, ਸਕੂਲ ਐਂਡ ਸੋਸਾਇਟੀ। ਅਤੇ ਇੱਕ ਇਹਦੀ ਹੋਰ ਕਿਤਾਬ ਹੈ, ਹਾਊ ਵੀ ਥਿੰਕ, ਅਸੀਂ ਕਿਵੇਂ ਸੋਚਦੇ ਹਾਂ, ਹਾਊ ਵੀ ਥਿੰਕ, ਠੀਕ ਹੈ ਜੀ। ਤਾਂ ਇੰਗਲਿਸ਼ ਦੀ ਮਤਲਬ ਇਹ ਬੁੱਕ ਹੈ ਹਾਊ ਵੀ ਥਿੰਕ। ਇਹ ਤੁਸੀਂ ਦੋਨੋਂ ਕਿਤਾਬਾਂ ਇਹਦੀਆਂ ਯਾਦ ਰੱਖਿਓ, ਕਿਹਦੀਆਂ? ਜੌਨ ਡੇਵੀ ਦੀ, ਠੀਕ ਹੈ। ਬਹੁਤ ਇੰਪੋਰਟੈਂਟ ਹੈ, ਪੁੱਛੀਆਂ ਜਾਂਦੀਆਂ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਦੀ ਰਿਪਬਲਿਕ ਕਿਤਾਬ ਕਿਹਨੇ ਲਿਖੀ ਹੈ? ਦੀ ਰਿਪਬਲਿਕ ਬੁੱਕ ਇਜ਼ ਰਿਟਨ ਬਾਏ ਪਲੈਟੋ, ਜੌਨ ਡੇਵੀ, ਵਾਈਗੋਸਕੀ ਜਾਂ ਫਰਾਇਡ। ਦੀ ਰਿਪਬਲਿਕ ਬਹੁਤ ਫੇਮਸ ਬੁੱਕ ਹੈ, ਠੀਕ ਹੈ ਜੀ। ਇਹ ਸਾਈਕੋਲੋਜੀ ਤੋਂ ਇਲਾਵਾ ਵੈਸੇ ਵੀ ਪੁੱਛ ਲਈ ਜਾਂਦੀ ਹੈ ਬੁੱਕ, ਇਹ ਬਹੁਤ ਪੇਪਰਾਂ ਦੇ ਵਿੱਚ ਪੁੱਛੀ ਗਈ ਹੈ, ਦੀ ਰਿਪਬਲਿਕ, ਠੀਕ ਹੈ ਜੀ। ਤਾਂ ਇਹ ਜਿਹੜਾ ਆਪਾਂ ਜਿੰਨੇ ਵੀ ਕੁਐਸਚਨ ਇਹ ਇਹਦੇ ਵਿੱਚ ਅਟੈਂਪਟ ਕਰ ਰਹੇ ਹਾਂ, ਆਪਾਂ ਮੈਰਾਥਨ ਦੇ ਵਿੱਚ ਆਲਰੇਡੀ ਅਟੈਂਪਟ ਕਰ ਲਏ ਨੇ ਇਹ ਕੁਐਸਚਨ, ਠੀਕ ਹੈ ਜੀ। ਤਾਂ ਇਹ ਕਲਾਸ ਮੈਂ ਤਾਂ ਬਣਾਈ ਹੈ ਕਿ ਕਈ ਵਾਰੀ ਬਾਈ ਚਾਂਸ ਬੱਚਾ ਮੈਰਾਥਨ ਨਹੀਂ ਲਗਾਉਂਦਾ ਤਾਂ ਇਹ ਕਲਾਸ ਆਪਣੀ ਅਟੈਂਡ ਕਰਕੇ ਆਪਣੀਆਂ ਬੁੱਕਸ ਵਾਲਾ ਟੌਪਿਕ ਉਹ ਕਵਰ ਕਰ ਸਕਦਾ ਹੈ, ਠੀਕ ਹੈ ਜੀ। ਤਾਂ ਦੀ ਰਿਪਬਲਿਕ ਬੁੱਕ, ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਪਲੈਟੋ ਦੀ ਲਿਖੀ ਹੋਈ ਹੈ, ਠੀਕ ਹੈ ਜੀ। ਦੀ ਰਿਪਬਲਿਕ ਕਿਹਦੀ ਲਿਖੀ ਹੋਈ ਹੈ? ਪਲੈਟੋ ਦੀ। ਬਹੁਤ ਇੰਪੋਰਟੈਂਟ ਬੁੱਕ ਹੈ। ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਬੁੱਕ ਤੁਹਾਨੂੰ ਡਾਇਰੈਕਟ ਪੁੱਛੀ ਜਾ ਸਕਦੀ ਹੈ। ਸਾਰੀਆਂ ਬੁੱਕਸ ਵਧੀਆ ਤਰੀਕੇ ਨਾਲ ਕਵਰ ਕਰਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਸ਼ੋਰ ਅਵਸਥਾ ਕਿਤਾਬ ਕਿਸ ਨੇ ਲਿਖੀ ਹੈ? ਅਡੋਲੈਸੈਂਸ ਬੁੱਕ ਇਜ਼ ਰਿਟਨ ਬਾਏ ਸਟੈਨਲੀ ਹਾਲ, ਜੌਨ ਡੇਵੀ, ਵਾਈਗੋਸਕੀ ਜਾਂ ਫਰਾਇਡ।
ਕਿਸ਼ੋਰ ਅਵਸਥਾ ਤੁਹਾਨੂੰ ਪਤਾ ਹੈ ਕਿ ਜਿਹੜੀ ਆਪਣੀ ਟ੍ਰਾਂਜੀਸ਼ਨਲ ਪੀਰੀਅਡ ਹੁੰਦਾ 17 ਤੋਂ 18 ਸਾਲ ਦੀ ਜਿਹੜੀ ਆਪਣੀ ਉਮਰ ਹੁੰਦੀ ਹੈ, ਜਦੋਂ ਬੱਚਾ ਵਿਗੜ ਵੀ ਸਕਦਾ, ਸੁਧਰ ਵੀ ਸਕਦਾ, ਟ੍ਰਾਂਜੀਸ਼ਨਲ ਪੀਰੀਅਡ ਹੁੰਦਾ। ਐਨਗਜ਼ਾਈਟੀ ਹੁੰਦੀ ਹੈ ਉਹਨੂੰ, ਠੀਕ ਹੈ ਜੀ, ਚਿੰਤਾ ਹੁੰਦੀ ਹੈ, ਤਾਂ ਇਹ ਉਹ ਉਮਰ ਹੁੰਦੀ ਹੈ। ਤਾਂ ਅਡੋਲੇਸੈਂਸ, ਇਹਦੇ ਇੱਕ ਬੁੱਕ ਲਿਖੀ ਹੈ, ਅਡੋਲੇਸੈਂਸ ਹੀ ਉਹਦਾ ਨਾਂ ਹੈਗਾ, ਕਿਸ਼ੋਰ ਅਵਸਥਾ ਉਹ ਬੁੱਕ ਦਾ ਨਾਂ ਹੈਗਾ। ਤਾਂ ਉਹ ਕਿਹੜੇ ਰਾਈਟਰ ਦੀ ਲਿਖੀ ਹੋਈ ਹੈ? ਤਾਂ ਇਹ ਸਾਰੀਆਂ ਬੁੱਕਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ। ਮੈਂ ਵਾਰ-ਵਾਰ ਹੀ ਰਿਪੀਟ ਕਰ ਰਿਹਾ ਇਹ ਗੱਲ ਨੂੰ, ਠੀਕ ਹੈ। ਮੈਂ ਤਾਂ ਕਰ ਰਿਹਾ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਤੁਹਾਨੂੰ ਆਉਣਾ ਹੀ ਆਉਣਾ 100%, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ ਸਟੈਨਲੀ ਹਾਲ, ਠੀਕ ਹੈ ਜੀ। ਸਟੈਨਲੀ ਹਾਲ ਦੀ ਇਹ ਲਿਖੀ ਹੋਈ ਹੈ ਅਡੋਲੇਸੈਂਸ, ਇਹਨੇ ਅਡੋਲੇਸੈਂਸ ਦੀ ਲਿਖੀ ਇਹ ਬੁੱਕ। ਤਾਂ ਇੱਕ ਕੁਐਸਚਨ ਤੁਹਾਨੂੰ ਹੋਰ ਆਉਂਦਾ ਹੁੰਦਾ ਕਿ ਏਜ ਆਫ ਸਟੋਰਮ, ਅਡੋਲੇਸੈਂਸ ਨੂੰ ਏਜ ਆਫ ਸਟੋਰਮ ਕਿਸ ਨੇ ਕਿਹਾ ਹੈ? ਠੀਕ ਹੈ, ਤੂਫਾਨ ਦੀ ਉਮਰ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਅਡੋਲੇਸੈਂਸ ਨੂੰ ਏਜ ਆਫ ਸਟੋਰਮ, ਜਾਂ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਤੂਫਾਨ ਦੀ ਉਮਰ। ਤਾਂ ਇਹ ਕਿਹਨੇ ਕਿਹਾ? ਇਹ ਵੀ ਆਪਾਂ ਨੂੰ ਸਟੈਨਲੀ ਹਾਲ ਨਹੀਂ ਕਿਹਾ। ਇਹ ਸਟੇਟਮੈਂਟ ਕਿਹਦੀ ਹੈ? ਸਟੈਨਲੀ ਹਾਲ ਦੀ ਸਟੇਟਮੈਂਟ ਹੈ ਇਹ, ਕਿ ਜਿਹੜੀ ਅਡੋਲੇਸੈਂਸ ਨੂੰ ਤੂਫਾਨ ਦੀ ਉਮਰ ਕਿਹਾ, ਠੀਕ ਹੈ, ਏਜ ਆਫ ਸਟੋਰਮ। ਤਾਂ ਇਹ ਵੀ ਤੁਸੀਂ ਯਾਦ ਰੱਖਿਓ ਕਿਉਂਕਿ ਇਹ ਬੁੱਕ ਹੀ ਜਦੋਂ ਸਟੈਨਲੀ ਹਾਲ ਦੀ ਹੈ ਅਡੋਲੇਸੈਂਸ, ਤਾਂ ਅਡੋਲੇਸੈਂਸ ਦੀ ਹੀ ਇਹ ਸਟੇਟਮੈਂਟ ਹੈ ਕਿ ਜਿਹੜੀ ਅਡੋਲੇਸੈਂਸ ਹੈ ਉਹ ਏਜ ਆਫ ਸਟੋਰਮ ਹੈ, ਤੂਫਾਨ ਦੀ ਉਮਰ ਹੈ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਦਾ ਮਨੋਵਿਗਿਆਨ ਕਿਤਾਬ ਕਿਹਨੇ ਲਿਖੀ ਹੈ? ਦੀ ਸਾਈਕੋਲੋਜੀ ਆਫ ਅ ਚਾਈਲਡ, ਠੀਕ ਹੈ ਜੀ। ਤਾਂ ਤੁਸੀਂ ਪੰਜਾਬੀ ਵਰਜ਼ਨ ਵੀ ਵੈਸੇ ਤਾਂ ਯਾਦ ਰੱਖੋ, ਜੇ ਤੁਹਾਡੇ ਪੰਜਾਬੀ ਵਰਜ਼ਨ ਨਹੀਂ ਯਾਦ ਰਹਿੰਦਾ ਤਾਂ ਇੰਗਲਿਸ਼ ਤਾਂ ਤੁਸੀਂ ਜ਼ਰੂਰ ਰੱਖੋ, ਠੀਕ ਹੈ। ਦਾ ਸਾਈਕੋਲੋਜੀ ਆਫ ਅ ਚਾਈਲਡ, ਠੀਕ ਹੈ। ਐਵੇਂ ਤੁਸੀਂ ਬੁੱਕ ਦਾ ਨਾਂ ਯਾਦ ਕਰ ਸਕਦੇ ਹੋ। ਸਾਈਕੋਲੋਜੀ ਆਫ ਅ ਚਾਈਲਡ ਇਹ ਕਿਹਨੇ ਲਿਖੀ ਹੈ? ਸਟੈਨਲੀ ਹਾਲ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਫਰਾਇਡ। ਤਾਂ ਬੁੱਕਸ ਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਹਰ ਇੱਕ ਪੇਪਰ ਦੇ ਵਿੱਚ HTET, CTET, KVS ਦੇ ਐਗਜ਼ਾਮ ਹੋ ਗਏ, ਜਾਂ ਜਿਹੜੇ ਪੇਪਰਾਂ ਦੇ ਵਿੱਚ ਵੀ CDP ਪੁੱਛੀ ਜਾਂਦੀ ਹੈ, ਠੀਕ ਹੈ, 1 ਤੋਂ 2 ਕੁਐਸਚਨ ਤਾਂ ਪੱਕਾ ਆਉਣੇ ਹੀ ਆਉਣੇ, ਅਤੇ ਇਸ ਤੋਂ ਜ਼ਿਆਦਾ ਵੀ ਆ ਸਕਦੇ ਤੁਹਾਨੂੰ ਬੁੱਕਸ ਦੇ ਵਿੱਚੋਂ, ਠੀਕ ਹੈ, ਕਿਉਂਕਿ ਬੁੱਕਸ ਤੁਹਾਡੀਆਂ ਬਹੁਤ ਇੰਪੋਰਟੈਂਟ ਨੇ ਸਾਈਕੋਲੋਜੀ ਦੀਆਂ। ਤਾਂ ਬੱਚੇ ਦਾ ਮਨੋਵਿਗਿਆਨ ਕਿਤਾਬ ਕਿਸ ਦੀ ਹੈ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ ਜੀਨ ਪਿਆਜ਼ੇ ਦੀ, ਠੀਕ ਹੈ ਜੀ। ਜੀਨ ਪਿਆਜ਼ੇ ਦੀਆਂ ਜਿੰਨੀਆਂ ਵੀ ਬੁੱਕਸ ਨੇ, ਵਾਈਗੋਸਕੀ ਦੀਆਂ, ਜਿੰਨੇ ਵੀ ਇਹ ਇੰਪੋਰਟੈਂਟ ਜਿਹੜੇ ਆਪਣੇ ਫਿਲੋਸੋਫਰ ਨੇ, ਇਹਨਾਂ ਦੀਆਂ ਸਾਰੀਆਂ ਬੁੱਕਸ ਤੁਸੀਂ ਯਾਦ ਕਰ ਲਓ, ਠੀਕ ਹੈ, ਕਿਉਂਕਿ ਇਹੀ ਰਿਪੀਟ ਹੁੰਦੀਆਂ ਵਾਰ-ਵਾਰ। ਤਾਂ ਜੀਨ ਪਿਆਜ਼ੇ ਦੀਆਂ ਤਾਂ ਸਾਰੀਆਂ ਹੀ ਕਰ ਲਓ। ਜੀਨ ਪਿਆਜ਼ੇ ਦੀ ਜਿਹੜੀ ਇਹ ਬੁੱਕ ਹੈ, ਕਿਹੜੀ ਹੈ ਇਹ? ਬੱਚੇ ਦਾ ਮਨੋਵਿਗਿਆਨ, ਦੀ ਸਾਈਕੋਲੋਜੀ ਆਫ ਅ ਚਾਈਲਡ। ਇੱਕ ਤਾਂ ਇਹ ਹੈ, ਇੱਕ ਹੈ ਆਪਣੀ ਸਾਈਕੋਲੋਜੀ ਐਂਡ ਐਪੀਸਟੈਮੋਲੋਜੀ। ਐਪੀਸਟੈਮੋਲੋਜੀ ਆਪਾਂ ਨੂੰ ਇੱਕ ਕੁਐਸਚਨ ਵੀ ਆ ਜਾਂਦਾ ਹੈ ਕਿ ਐਪੀਸਟੈਮੋਲੋਜੀ ਜਿਹੜਾ ਸ਼ਬਦ ਹੈ ਇਹ ਕਿਹਨੇ ਯੂਜ਼ ਕੀਤਾ, ਇਹ ਵਰਡ ਕਿਹਨੇ ਯੂਜ਼ ਕੀਤਾ? ਇਹ ਜੀਨ ਪਿਆਜ਼ੇ ਨੇ ਯੂਜ਼ ਕੀਤਾ, ਠੀਕ ਹੈ। ਤਾਂ ਸਾਈਕੋਲੋਜੀ ਐਂਡ ਐਪੀਸਟੈਮੋਲੋਜੀ, ਦੀ ਮੋਰਲ ਜਜਮੈਂਟ ਆਫ ਏ ਚਾਈਲਡ, ਜਜਮੈਂਟ ਆਫ ਦੀ ਚਾਈਲਡ, ਦਾ ਸਾਈਕੋਲੋਜੀ ਆਫ ਏ ਚਾਈਲਡ। ਇਹ ਤਿੰਨੋਂ ਬੁੱਕਸ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਦੀ ਭਾਸ਼ਾ ਅਤੇ ਸੋਚਣਾ, ਦੀ ਲੈਂਗੁਏਜ ਐਂਡ ਥਾਊਟ ਆਫ ਅ ਚਾਈਲਡ, ਠੀਕ ਹੈ। ਦੀ ਲੈਂਗੁਏਜ ਐਂਡ ਥਾਊਟ ਆਫ ਅ ਚਾਈਲਡ ਬਹੁਤ ਇੰਪੋਰਟੈਂਟ ਬੁੱਕ ਹੈ। ਕਿਹਦੀ ਲਿਖੀ ਹੋਈ ਹੈ? ਸਟੈਨਲੀ ਹਾਲ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਫਰਾਇਡ। ਬੱਚੇ ਦੀ ਭਾਸ਼ਾ ਅਤੇ ਸੋਚਣਾ, ਤਾਂ ਇਹਨੂੰ ਇੰਗਲਿਸ਼ 'ਚ ਤੁਸੀਂ ਵਧੀਆ ਤਰੀਕੇ ਨਾਲ ਯਾਦ ਰੱਖਿਓ, ਲੈਂਗੁਏਜ ਐਂਡ ਥਾਊਟ ਆਫ ਏ ਚਾਈਲਡ। ਇਹ ਕਿਤਾਬ ਕਿਸ ਨੇ ਲਿਖੀ ਹੈ? ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਡਾਇਰੈਕਟ ਪੁੱਛੇ ਜਾਣਗੇ ਕਿਤਾਬਾਂ ਦੇ ਵਿੱਚੋਂ, ਠੀਕ ਹੈ। ਸਾਈਕੋਲੋਜੀ ਦੀਆਂ ਇਹ ਕਿਤਾਬਾਂ ਨੇ, ਇਹ ਲਿਮਿਟਿਡ ਜਿਹੀਆਂ ਕਿਤਾਬਾਂ ਨੇ, ਠੀਕ ਹੈ। ਵੈਸੇ ਤਾਂ ਬਹੁਤ ਨੇ, ਤਾਂ ਸਾਰੀਆਂ ਯਾਦ ਕਰਨ ਦੀ ਲੋੜ ਨਹੀਂ। ਜਿਹੜੀਆਂ ਕਿਤਾਬਾਂ ਤੁਹਾਨੂੰ ਪੁੱਛਣ ਦੀ ਪੂਰੀ ਸੰਭਾਵਨਾ ਅਤੇ ਪੁੱਛੀਆਂ ਵੀ ਗਈਆਂ ਨੇ, ਉਹ ਕਿਤਾਬਾਂ ਆਪਣੇ ਸੈਸ਼ਨ ਦੇ ਵਿੱਚ ਆਪਾਂ ਰੱਖੀਆਂ ਨੇ, ਠੀਕ ਹੈ ਜੀ। ਤਾਂ ਬੱਚੇ ਦੀ ਭਾਸ਼ਾ 'ਤੇ ਸੋਚਣਾ, ਲੈਂਗੁਏਜ ਐਂਡ ਥਾਊਟ ਆਫ ਏ ਚਾਈਲਡ, ਤਾਂ ਇਹ ਲਿਖੀ ਆਪਣੇ ਜੀਨ ਪਿਆਜ਼ੇ ਦੀ, ਠੀਕ ਹੈ। ਤਾਂ ਜੀਨ ਪਿਆਜ਼ੇ ਦੀਆਂ ਸਾਰੀਆਂ ਬੁੱਕਸ ਆਪਾਂ ਪਿੱਛੇ ਵੀ ਕਰਕੇ ਗਏ ਹਾਂ, ਉਹ ਤੁਸੀਂ ਯਾਦ ਕਰ ਲਿਓ। ਲੈਂਗੁਏਜ ਐਂਡ ਥਾਊਟ ਆਫ ਏ ਚਾਈਲਡ ਦਾ ਇਹ ਵੀ ਜੀਨ ਪਿਆਜ਼ੇ ਦੀ ਲਿਖੀ ਹੋਈ ਬੁੱਕ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੈਸਟਾਲਟ ਮਨੋਵਿਗਿਆਨ ਕਿਤਾਬ ਕਿਸ ਨੇ ਲਿਖੀ ਹੈ? ਗੈਸਟਾਲਟ ਸਾਈਕੋਲੋਜੀ ਬੁੱਕ ਇਜ਼ ਰਿਟਨ ਬਾਈ ਸਟੈਨਲੀ ਹਾਲ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਵੋਲਫਗੈਂਗ ਕੋਹਲਰ। ਗੈਸਟਾਲਟ ਮਨੋਵਿਗਿਆਨ, ਗੈਸਟਾਲਟ ਸਾਈਕੋਲੋਜੀ ਬਹੁਤ ਵਾਰੀ ਪੁੱਛੀ ਗਈ ਬੁੱਕ ਹੈ ਇਹ, ਬਹੁਤ ਵਾਰੀ ਰਿਪੀਟ ਹੋਈ, ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਿਓ। ਗੈਸਟਾਲਟ ਸਾਈਕੋਲੋਜੀ ਬੁੱਕ। ਤਾਂ 4 ਆਪਸ਼ਨ ਨੇ ਤੁਹਾਡੇ ਕੋਲ, ਸਟੈਨਲੀ ਹਾਲ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਵੋਲਫਗੈਂਗ ਕੋਹਲਰ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਵੋਲਫਗੈਂਗ ਕੋਹਲਰ ਦੀ ਲਿਖੀ ਹੋਈ ਕਿਤਾਬ ਹੈ ਇਹ, ਗੈਸਟਾਲਟ ਸਾਈਕੋਲੋਜੀ, ਠੀਕ ਹੈ ਜੀ। ਗੈਸਟਾਲਟ ਸਾਈਕੋਲੋਜੀ, ਵੋਲਫਗੈਂਗ ਕੋਹਲਰ, ਇਹ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਿਆ ਮਨੋਵਿਗਿਆਨ, ਐਜੂਕੇਸ਼ਨਲ ਸਾਈਕੋਲੋਜੀ। ਐਜੂਕੇਸ਼ਨਲ ਸਾਈਕੋਲੋਜੀ ਬੁੱਕ ਕਿਹਦੀ ਲਿਖੀ ਹੋਈ ਹੈ? ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਵੋਲਫਗੈਂਗ ਕੋਹਲਰ। ਐਜੂਕੇਸ਼ਨਲ ਸਾਈਕੋਲੋਜੀ ਕਿਹਦੀ ਲਿਖੀ ਹੋਈ ਬੁੱਕ ਹੈ? ਇੱਕ ਬੁੱਕ ਨੂੰ ਪੂਰੇ ਧਿਆਨ ਨਾਲ ਯਾਦ ਕਰਿਓ, ਠੀਕ ਹੈ ਜੀ, ਤਰੀਕੇ ਨਾਲ। ਤਾਂ ਇਹੀ ਬੁੱਕਸ ਤੁਹਾਨੂੰ ਪੁੱਛੀਆਂ ਜਾਣਗੀਆਂ, ਠੀਕ ਹੈ। ਮੈਂ ਤੁਹਾਨੂੰ ਵਾਰ-ਵਾਰ ਇਹ ਚੀਜ਼ ਰਿਪੀਟ ਕਰ ਰਿਹਾ ਕਿਉਂਕਿ ਇਹ ਬਹੁਤ ਇੰਪੋਰਟੈਂਟਸ ਨੇ ਸਾਰੀਆਂ ਜਿਹੜੀਆਂ ਆਪਣੀਆਂ ਬੁੱਕਸ ਨੇ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਥੋਰਨਡਾਈਕ, ਠੀਕ ਹੈ। ਥੋਰਨਡਾਈਕ ਦੀ ਲਿਖੀ ਹੋਈ ਹੈ
ਐਜੂਕੇਸ਼ਨਲ ਸਾਈਕੋਲੋਜੀ, ठीक है। थॉर्नडाइक की लिखी हुई बुक है ये एजुकेशनल साइकोलॉजी, सिक्ख्या मनोविग्यान। अगला जो अपना क्वेश्चन है, जानवरों की बुद्धि किताब किने लिखी है? एनीमल इंटैलीजेंस। एनीमल इंटैलीजेंस की लिखी हुई बुक है? थॉर्नडाइक, जीन प्याजे, वाइगोस्की या वॉल्फगैंग कोहलर। जानवरों की बुद्धि, ठीक है जी, एनीमल इंटैलीजेंस, बहुत इंपॉर्टेंट बुक है। CDP ਨੂੰ ਵਧੀਆ ਤਰੀਕੇ ਨਾਲ ਕਵਰ ਕਰਨ ਦੇ ਲਈ ਆਪਣੇ ਸਾਰੇ ਸੈਸ਼ਨ ਤੁਸੀਂ ਅਟੈਂਡ ਕਰਿਓ। ਮੈਂ ਸਾਰੇ ਸੈਸ਼ਨ ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ ਹੈ, ਠੀਕ ਹੈ। ਤੁਸੀਂ ਇੱਕ ਇੱਕ ਸੈਸ਼ਨ ਆਪਣਾ ਅਟੈਂਡ ਕਰ ਸਕਦੇ ਹੋ। ਮੈਰਾਥਨ ਸੈਸ਼ਨ ਦਾ ਲਿੰਕ ਵੀ ਮੈਂ ਇਸ ਸੈਸ਼ਨ ਦੇ ਜਿਹੜਾ ਡਿਸਕ੍ਰਿਪਸ਼ਨ ਉਹਦੇ ਵਿੱਚ ਦੇ ਦੇਣਾ, ਠੀਕ ਹੈ। ਵੈਸੇ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰਕੇ ਵੀ ਪਲੇਲਿਸਟ ਦੇ ਵਿੱਚ ਜਾ ਕੇ ਇਹ ਸੈਸ਼ਨ ਸਾਰੇ ਅਟੈਂਡ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਹੋਊਗਾ। ਥॉर्नडाइक ਦੀ ਲਿਖੀ ਹੋਈ ਹੈ ਵੀ ਐਨੀਮਲ ਇੰਟੈਲੀਜੈਂਸ, ਠੀਕ ਹੈ ਜੀ। ਐਨੀਮਲ ਇੰਟੈਲੀਜੈਂਸ किहदी लिखी हुई है? थॉर्नडाइक। अगला जो अपना क्वेश्चन है, विचार अते भाषा किताब किने लिखी है? थाउट एंड लैंग्वेज बुक इज़ रिटन बाय। थाउट एंड लैंग्वेज, थॉर्नडाइक, जीन प्याजे, वाइगोस्की या वॉल्फगैंग कोहलर। विचार अते भाषा, थाउट एंड लैंग्वेज। तो यह एक एक बुक तुहाडे लई बहुत इंपॉर्टेंट है, चंगी तरह इनू याद करियो। इस क्वेश्चन का जो आंसर है, आंसर नंबर 3 आऊगा। वाइगोस्की की लिखी हुई किताब है, ठीक है जी। विचार अते भाषा, थाउट एंड लैंग्वेज किहदी लिखी हुई है? वाइगोस्की की। बहुत इंपॉर्टेंट बुक है, ठीक है जी। डायरैक्ट तुहानूं पूछी जा सकती है। थाउट एंड लैंग्वेज याद रखियो, किहदी लिखी हुई है? वाइगोस्की। अगला जो अपना क्वेश्चन है, हंकार अते इद किताब किसने लिखी है? ईगो एंड इद बुक इज़ रिटन बाय थॉर्नडाइक, जीन प्याजे, वाइगोस्की या सिगमंड फ्राइड। हंकार अते इद बहुत इंपॉर्टेंट बुक है, तो विद्वान भी बहुत इंपॉर्टेंट है जिन्हें ही लिखी है, क्योंकि इन्हें अपन एक थ्योरी भी दी है, वो भी आप ये कवर करांगे। इस क्वेश्चन का जो आंसर है, आंसर नंबर 4 आऊगा। सिगमंड फ्राइड की दी हुई है किताब अपन ईगो एंड इद। किने लिखी है? सिगमंड फ्राइड ने। एक इन्हें अपन थ्योरी भी दी है, साइकोसैक्शुअल थ्योरी, ठीक है जी। लिंगिक मनोविज्ञान जिन्होंने आप कहने साइकोसैक्शुअल थ्योरी जी अपन दी है, वो भी अपन सिगमंड फ्राइड ने ही दी है, ठीक है जी। ईगो तो इद, हंकार बारे, ठीक है, इद बारे इन्हें लिखा सी, ठीक है। तो ये बुक्स है जो बहुत इंपॉर्टेंट ने, बहुत मतलब पढ़न वालियां वधिया बुक्स ने ਦੀਆਂ, ठीक है। इन्हें हंकार बारे लिखा, ठीक है, कि ਆਪਾਂ ਨੂੰ ਕਿਵੇਂ हंकार ਆਪਾਂ ਨੂੰ ਕਿਵੇਂ ਹੁੰਦਾ, ਕਿਹੜੀ ਉਮਰ 'ਚ ਹੁੰਦਾ, ठीक है। तो इद बारे लिखा, इद ਇਹਦਾ ਇੱਕ ईगो का ही एक पार्ट है, ठीक है जी। तो अगे इन्हें बहुत डिटेल ਦੇ ਵਿੱਚ ਇਹਦੇ ਬਾਰੇ ਲਿਖਿਆ ਸਿਗਮੰਡ ਫਰਾइड ने। ਇਹਦੀਆਂ बुक्स बहुत इंपॉर्टेंट ने। तो ईगो एंड इद याद रखियो कि लिखी है? सिगमंड फ्राइड की। तो साइकोसैक्शुअल थ्योरी जी अपनी दी है, किने दी है? सिगमंड फ्राइड ने ही दी है, ठीक है जी। ये तुम याद रखियो। अगला जो अपना क्वेश्चन है, सिक्ख्या का वर्गीकरण, टैक्सोनोमी ऑफ एजुकेशन, बहुत इंपॉर्टेंट बुक है, ठीक है। चंगी तरह इनू याद कर लो। टैक्सोनोमी ऑफ एजुकेशन की लिखी हुई है? थॉर्नडाइक, जीन प्याजे, वाइगोस्की या BS ब्लूम। सिक्ख्या का वर्गीकरण, टैक्सोनोमी ऑफ एजुकेशन, चंगी तरह याद कर लियो ये बुक्स नू, ठीक है जी। टैक्सोनोमी ऑफ एजुकेशन जी लिखी हुई है, ये लिखी अपनी BS ब्लूम की, ठीक है जी। तो BS ब्लूम की लिखी हुई बुक है टैक्सोनोमी ऑफ एजुकेशन, बहुत इंपॉर्टेंट है। अगला जो अपना क्वेश्चन है, बाल मनोविज्ञान, चाइल्ड साइकोलॉजी, ठीक है, बहुत इंपॉर्टेंट बुक है। थॉर्नडाइक, जीन प्याजे, वाइगोस्की या स्किनर, की लिखी हुई है ये? चाइल्ड साइकोलॉजी। एक एक टॉपिक तुहानूं CDP का मैं कवर करवाया हुआ है, ठीक है जी। तो जे वधिया तरीके नाल इनू रिवाइज़ करना चाहुंदे हो, दोबारा कवर करना चाहुंदे हो, तो डिस्क्रिप्शन दे विच जाके अपनी एक एक क्लास नूं अटेंड करो, ठीक है। तुहाडा बहुत फायदा होगा। तो बाल मनोविज्ञान, चाइल्ड साइकोलॉजी जी लिखी है, ये लिखी अपनी स्किनर की, ठीक है जी। VF स्किनर जिन्होंने आप कहने, तो स्किनर की लिखी हुई किताब है चाइल्ड साइकोलॉजी, बहुत इंपॉर्टेंट है। चाइल्ड साइकोलॉजी, स्किनर। अगला जो अपना क्वेश्चन है, नैतिक विकास का दर्शन, द फिलोसफी ऑफ मोरल डिवेलपमेंट। द फिलोसफी ऑफ मोरल डिवेलपमेंट, बहुत इंपॉर्टेंट बुक है, किने लिखी है? थॉर्नडाइक, जीन प्याजे, वाइगोस्की या कोहलवर्ग। मॉरल डिवेलपमेंट नाल रिलेटेड अपना किहड़ा विद्वान है, तुहानूं पता होना चाहिए। नैतिक विकास का दर्शन, द फिलोसफी ऑफ मोरल डिवेलपमेंट। तो ये जी अपनी लिखी है, ये लिखी है, आंसर नंबर 4 आऊगा, तो कोहलवर्ग ने, ठीक है जी। कोहलवर्ग की लिखी हुई किताब है दी मॉरल डिवेलपमेंट
ਫਿਲਾਸਫੀ ਆਫ ਮੋਰਲ ਡਿਵੈਲਪਮੈਂਟ ਕੋਹਲ ਵਰਗ, ਨੈਤਿਕ ਵਿਕਾਸ ਦਾ ਦਰਸ਼ਨ। ਇਹ ਯਾਦ ਰੱਖਿਓ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਬੁੱਧੀ ਦਾ ਮਨੋਵਿਗਿਆਨ ਕਿਤਾਬ ਕਿਹਨੇ ਲਿਖੀ ਹੈ? ਦੀ ਸਾਈਕੋਲੋਜੀ ਆਫ ਇੰਟੈਲੀਜੈਂਸ। ਦੀ ਸਾਈਕੋਲੋਜੀ ਆਫ ਇੰਟੈਲੀਜੈਂਸ ਬੁੱਕ ਇਹ ਕਿਹਨੇ ਲਿਖੀ ਹੈ? ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਕੋਹਲ ਵਰਗ। ਸਾਈਕੋਲੋਜੀ ਆਫ ਇੰਟੈਲੀਜੈਂਸ ਕਿਹਦੀ ਲਿਖੀ ਹੋਈ ਬੁੱਕ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਬੁੱਧੀ ਦਾ ਮਨੋਵਿਗਿਆਨ ਇਹਨੂੰ ਪੰਜਾਬੀ 'ਚ ਕਹਿੰਦੇ ਆ ਸਾਈਕੋਲੋਜੀ ਆਫ ਇੰਟੈਲੀਜੈਂਸ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਜੀਨ ਪਿਆਜ਼ੇ ਦੀ ਲਿਖੀ ਹੋਈ ਹੈ, ਠੀਕ ਹੈ ਜੀ। ਸਾਈਕੋਲੋਜੀ ਆਫ ਇੰਟੈਲੀਜੈਂਸ, ਜੀਨ ਪਿਆਜ਼ੇ, ਬਹੁਤ ਇੰਪੋਰਟੈਂਟ ਬੁੱਕ ਹੈ, ਠੀਕ ਹੈ। ਇਹ ਸਾਰੇ ਵਿਦਵਾਨਾਂ ਦੀਆਂ ਬੁੱਕਸ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ। ਇਹੀ ਬੁੱਕਸ ਤੁਹਾਨੂੰ ਪੁੱਛੀਆਂ ਜਾਣਗੀਆਂ ਪੇਪਰ ਦੇ ਵਿੱਚ ਡਾਇਰੈਕਟ, ਠੀਕ ਹੈ ਜੀ। ਤਾਂ ਜੀਨ ਪਿਆਜ਼ੇ ਦੀ ਲਿਖੀ ਹੋਈ ਬੁੱਕ ਹੈ। ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਆਪਾਂ ਇੱਥੇ ਇਹਨੂੰ ਖਤਮ ਕਰਦੇ ਹਾਂ। ਇਹਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਇੰਪੋਰਟੈਂਟ ਬੁੱਕ ਹੈ ਉਹ ਆਪਾਂ ਇਸ ਸੈਸ਼ਨ ਦੇ ਵਿੱਚ ਤੁਹਾਨੂੰ ਕੰਪਲੀਟ ਕਰਵਾ ਦਿੱਤੀਆਂ ਨੇ। ਇਹਨਾਂ ਨੂੰ 2-3 ਵਾਰੀ ਰਿਵਾਈਜ਼ ਕਰ ਲਿਓ, ਠੀਕ ਹੈ ਜੀ। ਤਾਂ ਕਿ ਤੁਹਾਡੇ ਇਹ ਵਧੀਆ ਤਰੀਕੇ ਨਾਲ ਯਾਦ ਹੋ ਸਕਣ। 2-3 ਵਾਰੀ ਵੀਡੀਓ ਨੂੰ ਸੁਣ ਲਿਓ ਤਾਂ ਤੁਹਾਡਾ ਫਾਇਦਾ ਹੋਊਗਾ ਇਹ ਵੀਡੀਓ ਦੇਖ ਕੇ। ਤਾਂ ਇਹ ਵੀਡੀਓ ਆਪਾਂ ਮੈਰਾਥਨ ਸੈਸ਼ਨ ਦੇ ਵਿੱਚੋਂ ਹੀ ਪਿਕ ਕਰਕੇ ਕੁਐਸਚਨ ਆ ਜਿਹੜੇ ਉਹ ਰੱਖੇ ਨੇ ਕਿ ਜਿਹੜੇ ਬੱਚਿਆਂ ਦਾ ਮੈਰਾਥਨ ਸੈਸ਼ਨ ਮਿਸ ਹੋ ਗਿਆ ਤਾਂ ਉਹ ਇਹ ਟੌਪਿਕ ਨੂੰ ਇਸ ਵੀਡੀਓ ਦੇ ਰਾਹੀਂ ਕਲੀਅਰ ਕਰ ਸਕਦੇ ਨੇ, ਠੀਕ ਹੈ ਜੀ। ਤਾਂ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਆਉਣ ਦੀ ਵੇ ਹੈ। ਤਾਂ ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਸਾਡਾ ਕੰਮ ਕਰਨ ਦਾ ਹੌਸਲਾ ਵੱਧਦਾ ਹੈ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।